ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਹੌਲੀ-ਹੌਲੀ ਆਮ ਜ਼ਿੰਦਗੀ ਹੈ ਜਿਹੜੀ ਉਹ ਪਟੜੀ ਤੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਲੋਕਡਾਊਨ ਚੌਥਾ ਫੇਸ ਚੱਲ ਰਿਹਾ ਤੇ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਢਿੱਲਾਂ ਦਿੱਤੀਆਂ ਗਈਆਂ ਨੇ। ਹੁਣ 25 ਤਰੀਕ ਸੋਮਵਾਰ ਤੋਂ ਹੈ ਜਿਹੜਾ ਕਿ 에ਅਰਪੋਰਟ ਸ਼ੁਰੂ ਹੋਣ ਜਾ ਰਿਹਾ ਹੈਗਾ। ਜਿਹੜੀਆਂ ਡੋਮੈਸਟਿਕ ਫਲਾਈਟਸ ਨੇਗੀਆਂ ਉਹ ਸ਼ੁਰੂ ਹੋਣਗੀਆਂ। 13 ਉਡਾਨਾਂ ਚੰਡੀਗੜ੍ਹ 에ਅਰਪੋਰਟ ਤੋਂ ਉੜਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਲੋਕ ਆਪਣੀ ਆਪਣੀ ਜਗ੍ਹਾ ਤੇ ਜਾਂਦੇ ਹੋਏ ਨਜ਼ਰ ਆਉਣਗੇ। ਤੇ ਕਿਹਾ ਜਾ ਸਕਦਾ ਕਿ ਇੱਕ ਕਾਫੀ ਸਮੇਂ ਤੋਂ ਇੰਤਜ਼ਾਰ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਸ਼ੁਰੂਆਤ ਹੋਵੇ, ਫਲਾਈਟਸ ਚੱਲਣੀਆਂ ਸ਼ੁਰੂ ਹੋਣ। ਪਹਿਲਾਂ ਤੁਹਾਨੂੰ ਨਜ਼ਾਰਾ ਦਿਖਾ ਦਿੰਦੇ ਹਾਂ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੇ ਹੈਗੇ ਅਸੀਂ ਇਸ ਟਾਈਮ ਤੇ। ਤੁਸੀਂ ਦੇਖੋ ਕਿ ਖਾਸ ਇੰਤਜ਼ਾਮਾਤ ਕੀਤੇ ਗਏ ਨੇ। ਸੈਨੀਟਾਈਜ਼ਰ ਹੈ ਜਿਹੜਾ ਉਹ ਬਾਰੀ ਇੱਥੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈਗਾ। ਪੂਰੇ ਖੇਤਰ ਨੂੰ ਸਾਫ਼ ਸਫਾਈ ਕੀਤੀ ਜਾ ਰਹੀ ਹੈ। ਤਿਆਰੀ ਕੀਤੀ ਜਾ ਰਹੀ ਹੈ ਕੱਲ੍ਹ ਦੇ ਦਿਨ ਦੇ ਲਈ। ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੋਣੀ ਹੈ ਸੋਮਵਾਰ ਸਵੇਰੇ 11 ਵਜੇ ਤੋਂ ਰਾਤ 9:30 ਵਜੇ ਤੱਕ ਚੰਡੀਗੜ੍ਹ 에ਅਰਪੋਰਟ ਆਪਰੇਸ਼ਨ ਕਰੇਗਾ। ਯਾਨੀ ਕਿ ਪੂਰਾ ਸਿਸਟਮ ਚੱਲਦਾ ਹੋਇਆ ਨਜ਼ਰ ਆਏਗਾ। ਸਾਹਮਣੇ ਤੁਸੀਂ ਦੇਖੋ CSF ਦੇ ਜਵਾਨ ਨੇ। ਕਈ ਤਰ੍ਹਾਂ ਦੀ ਇਹਤਿਆਤ, ਕਈ ਤਰ੍ਹਾਂ ਦੀਆਂ ਜੇ ਕਹੀਏ ਸਾਵਧਾਨੀਆਂ ਰੱਖੀਆਂ ਗਈਆਂ ਨੇ। ਤੁਸੀਂ ਦੇਖੋ ਕਿ ਜਿਹੜੇ ਲੋਕ ਸੈਨੀਟਾਈਜ਼ ਵੀ ਇੱਥੇ ਕਰ ਰਹੇ ਨੇ, ਪੂਰੀ PPE ਕਿੱਟ ਉਹਨਾਂ ਨੇ ਵੀ ਪਹਿਲਾਂ ਹੀ ਇੰਸਟਾਲ ਕੀਤੀ ਹੋਈ ਹੈ। ਤੇ ਲਗਾਤਾਰ ਜਿਹੜੇ ਲੋਕ ਸਿੱਧੇ ਸੰਪਰਕ 'ਚ ਆਉਣਗੇ ਉਹ PPE ਕਿੱਟ ਦੇ ਵਿੱਚ ਹੋਣਗੇ। ਕਹਿ ਸਕਦੇ ਹਾਂ ਇੱਕ ਸੁਰੱਖਿਆ ਕੰਨੀਓ ਕੋਈ ਕਸਰ ਨਾ ਰਹੇ। ਤਾਂ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ तमाम ਚੀਜ਼ਾਂ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਤੇ ਲਗਾਤਾਰ ਇਸ ਤਰ੍ਹਾਂ ਦਾ ਹੀ ਮਾਹੌਲ ਇੱਕ ਬਣਦਾ ਹੋਇਆ ਦਿਖਾਈ ਦੇਗਾ, ਜਿਹਦੇ ਵਿੱਚ ਕਿ तमाम ਜਿਹੜੀਆਂ ਚਾਹੇ ਸੈਨੀਟਾਈਜ਼ ਕਰਨ ਦੀ ਗੱਲ ਹੋਵੇ, ਵਾਇਰਸ ਤੋਂ ਬਚਣ ਦੇ ਲਈ तमाम ਸਾਵਧਾਨੀਆਂ ਦੀ ਗੱਲ ਹੋਵੇ। ਇੱਕ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੀ ਮਾਰਕਿੰਗ ਹੈ, ਤੁਸੀਂ ਦੇਖੋ ਕਿ ਅੱਗੇ ਜਿਹੜੀ ਯੈਲੋ ਟੇਪ ਲਾ ਕੇ ਉਹ ਮਾਰਕਿੰਗ ਕੀਤੀ ਗਈ ਆ। ਉਹਦੇ ਵਿੱਚ ਇੱਕ ਕਿਹਾ ਜਾ ਸਕਦਾ ਕਿ ਜਿਹੜੇ ਡਿਸਟੈਂਸ ਮੇਨਟੇਨ ਕਰਨ ਵਾਸਤੇ ਵੀ ਜਿਹੜੀ ਟੇਪਿੰਗ ਕੀਤੀ ਹੋਈ ਹੈ, ਯੈਲੋ ਕਲਰ ਦੀ ਇਹ ਟੇਪ ਹੈ ਜਿਹੜੀ ਲਾਈ ਹੋਈ ਹੈ। ਤੇ ਲੋਕ ਜਿੱਥੇ ਵੀ ਖੜਨ, ਜਿੱਥੇ ਵੀ ਜਾਣ, ਯਾਨੀ ਕਿ ਇਹ ਬੈਗੇਜ ਜਿੱਥੇ ਰੱਖਣੇ ਹੈਗੇ ਨੇ ਤਾਂ ਉਹ ਇੱਕ ਡਿਸਟੈਂਸ ਦੇ ਵਿੱਚ ਹੀ ਰਹਿਣ। ਇਹ तमाम ਚੀਜ਼ਾਂ ਨੂੰ ਲੈ ਕੇ ਜਿਹੜੀ ਤਿਆਰੀ ਹੈ ਸ਼ੁਰੂ ਕਰ ਦਿੱਤੀ ਗਈ ਆ। ਤੁਸੀਂ ਦੇਖੋ ਕਿ ਤੁਹਾਨੂੰ ਇੱਧਰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ CSF ਦੇ ਜਵਾਨ ਨੇ ਜਾਂ ਹੋਰ ਲੋਕ ਨੇ ਉਹ ਜਿਹੜੀਆਂ ਆਪਣੀ ਕੱਲ੍ਹ ਨੂੰ ਜਿਵੇਂ ਕਿ ਇਹ ਪੂਰੀ ਇੱਕ ਸਟਾਰਟਿੰਗ ਹੋਣੀ ਹੈ ਸੋਮਵਾਰ ਸਵੇਰੇ 11 ਵਜੇ ਤੋਂ, ਤਾਂ ਪਹਿਲਾਂ ਹੀ ਪੂਰੇ ਇੰਤਜ਼ਾਮਾਤ ਚੈੱਕ ਕੀਤੇ ਜਾ ਰਹੇ ਨੇ। ਕਿਸ ਤਰ੍ਹਾਂ ਦੇ ਨਾਲ ਚੈਕਿੰਗ ਹੋਣੀ ਆ, ਕਿਸ ਤਰ੍ਹਾਂ ਦੇ ਨਾਲ ਫਾਸਲਾ ਬਣਾ ਕੇ ਰੱਖਿਆ ਜਾਣਾ ਹੈਗਾ। ਨਾਲੋਂ ਨਾਲ ਇਹ ਵੀ ਚੀਜ਼ਾਂ ਦਾ ਧਿਆਨ ਰਹੇਗਾ ਕਿ ਕੋਈ ਕਿਸੇ ਦੇ ਕੰਟੈਕਟ ਦੇ ਵਿੱਚ ਨਾ ਆਵੇ। ਤਾਂ ਜੋ ਵੀ ਚੰਡੀਗੜ੍ਹ ਜਦੋਂ ਤੁਸੀਂ ਇਸ 에ਅਰਪੋਰਟ ਤੇ ਪਹੁੰਚੋਗੇ, 에ਅਰਪੋਰਟ ਤੇ ਜਿਹੜੇ ਬੈਗਸ ਹੋਣਗੇ, ਜੋ ਤੁਹਾਡੇ ਕੋਲ ਸਮਾਨ ਹੋਊਗਾ, ਉਹ तमाम ਚੀਜ਼ਾਂ ਤੁਹਾਨੂੰ ਖੁਦ ਨੂੰ ਹੀ ਕੈਰੀ ਕਰਨੀਆਂ ਪੈਣਗੀਆਂ, ਅੱਗੇ ਲਿਜਾ ਕੇ ਰੱਖਣਾ ਹੋਊਗਾ। ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਹਾਡੇ ਫੋਨ ਦੇ ਵਿੱਚ ਆਰੋਗਿਆ ਸੇਤੂ ਐਪ ਹੋਣੀ ਜ਼ਰੂਰੀ ਹੈ। ਇਹ ਐਪ ਦੇ ਨਾਲ ਹੀ ਤੁਸੀਂ ਇਸ 에ਅਰਪੋਰਟ ਤੇ ਐਂਟਰ ਕਰ ਸਕਦੇ ਹੋ, ਕਿਉਂਕਿ ਇੱਕ ਇਹ ਐਪ ਤੇ ਦੂਸਰਾ ਤੁਹਾਡੇ ਚਿਹਰੇ ਤੇ ਮਾਸਕ, ਇਹ ਹੋਣਾ ਜ਼ਰੂਰੀ ਹੈ। ਉਸ ਤੋਂ ਬਿਨਾਂ ਤੁਹਾਨੂੰ ਐਂਟਰ ਨਹੀਂ ਹੋਣ ਦਿੱਤਾ ਜਾਏਗਾ, ਅੱਗੇ ਤੁਸੀਂ ਨਹੀਂ ਜਾ ਸਕਦੇ। ਅੱਜ ਬੇਸ਼ੱਕ ਜੇ ਕਹੀਏ ਕਿ ਇਸ 에ਅਰਪੋਰਟ ਤੇ ਤੁਹਾਨੂੰ ਦਿਖ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਤਿਆਰੀਆਂ ਹਜੇ ਚੱਲ ਰਹੀਆਂ ਹੈਗੀਆਂ ਨੇ, ਆਖਰੀ ਪੜਾਵ ਤੱਕ ਇਹ ਤਿਆਰੀਆਂ ਚੱਲਦੀਆਂ ਰਹਿਣਗੀਆਂ। ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕਿ ਕੋਈ ਢਿੱਲ ਨਾ ਰਹੇ, ਕਿਉਂਕਿ 에ਅਰਪੋਰਟਸ ਇੱਕ ਵੱਡਾ ਜ਼ਰੀਆ ਹੋਣਗੇ ਜਦੋਂ ਲੋਕ ਆਪਣੇ ਆਪਣੇ ਘਰਾਂ ਨੂੰ ਜਾ ਸਕਣਗੇ, ਜਾਂ ਕਹੀਏ ਕਿ ਆਪਣੀ ਆਪਣੀ ਡੈਸਟੀਨੇਸ਼ਨ ਜਿੱਥੇ ਉਹ ਜਾਣਾ ਚਾਹੁੰਦੇ ਨੇ ਜਾ ਸਕਣਗੇ। ਜਿਹੜੀਆਂ ਜਗ੍ਹਾਵਾਂ ਹੈਗੀਆਂ ਨੇਗੀਆਂ, ਜਿਹੜਾ ਇਹ ਪੂਰਾ ਮਾਹੌਲ ਚੱਲੇਗਾ ਉਹ 11 ਵਜੇ ਤੋਂ ਇਹ ਪੂਰਾ ਆਪਰੇਸ਼ਨ ਕਰਨਾ ਸ਼ੁਰੂ ਹੋਏਗਾ। ਨਾਲੋਂ ਨਾਲ ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਊਗੀ। ਤੁਸੀਂ ਇੱਕ ਪੂਰੀ ਨਜ਼ਰ ਮਾਰ ਕੇ ਦੇਖੋ ਕਿ ਪਹਿਲਾਂ ਹੀ ਇਸ ਤਰ੍ਹਾਂ ਦੇ ਨਾਲ ਜਿਹੜੀ ਤਿਆਰੀ ਕੀਤੀ ਗਈ ਹੈਗੀ ਆ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਉਹ ਲੋਕਾਂ ਨੂੰ ਨਾ ਆਵੇ। ਨਾਲੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਡਾਇਰੈਕਟ ਚੰਡੀਗੜ੍ਹ ਤੋਂ ਫਲਾਈਟਸ ਜਾਣੀਆਂ ਹੈਗੀਆਂ ਨੇ ਉਹ ਸ਼੍ਰੀਨਗਰ, ਦਿੱਲੀ, ਮੁੰਬਈ, ਲੇਹ, ਬੈਂਗਲੌਰ, ਧਰਮਸ਼ਾਲਾ ਅਤੇ ਅਹਿਮਦਾਬਾਦ, ਯਾਨੀ ਕਿ ਚੰਡੀਗੜ੍ਹ ਤੋਂ ਜੇ ਜਿਹੜੀਆਂ ਫਲਾਈਟਸ ਸ਼ੁਰੂ ਹੋਣੀਆਂ ਨੇ ਉਹਦੇ ਵਿੱਚ ਕਿਹਾ ਜਾ ਸਕਦਾ ਕਿ ਸ਼ੁਰੂਆਤ ਹੋਣੀ ਹੈ। ਸਾਡੇ ਨਾਲ CEO ਹੈਗੇ ਨੇਗੇ ਇੰਟਰਨੈਸ਼ਨਲ 에ਅਰਪੋਰਟ ਦੇ ਅਜੇ ਭਾਰਦਵਾਜ, ਤੇ ਉਹਨਾਂ ਤੋਂ ਵੀ ਜਾਣਾਂਗੇ ਕੀ ਤਿਆਰੀਆਂ ਕੀ ਖਾਸ ਤੌਰ 'ਤੇ ਰੱਖੀਆਂ ਗਈਆਂ। ਸਰ, ਪਹਿਲਾਂ ਨਾਲੋਂ ਆਪਰੇਸ਼ਨ ਕਾਫੀ ਵੱਖਰਾ ਹੋਏਗਾ, ਕਹੀਏ ਕਿ ਖਾਸ ਤਿਆਰੀਆਂ ਵੀ ਕੀਤੀਆਂ ਗਈਆਂ ਨੇ। ਸੈਨੀਟਾਈਜੇਸ਼ਨ ਤੁਸੀਂ ਪੂਰਨ ਰੂਪ 'ਚ ਕੀਤੀ ਹੈ। ਜਿਹੜਾ ਵੀ ਜਾਣ ਵਾਸਤੇ ਆਏਗਾ, ਫਸਟ ਸਟੈਪ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ਾਂ ਨੇ ਕੀ ਨੇ? पहला स्टैप है वो घर तो बोर्डिंग पास लेके आए। दूजी चीज़ है आरोग्य सेतु ऐप दे उत्ते ओदा स्टेटस ग्रीन होना चाहिए। तीजी चीज़ है ओदे कोल मास्क पहना होना चाहिए। जद ये चीज़ां ओदे कोल हैं तां वो बैगेज लेके आएगा। असी पहला शूज़ सैनिटाइज करांगे कारपेट ते, वैट कारपेट ते। ਉਹਦੇ ਬਾਅਦ ਉਹਦਾ ਬੈਗੇਜ ਜੋ ਹੈ ਉਹ ਸੈਨੀਟਾਈਜ਼ ਹੋਏਗਾ। ਉਸ ਤੋਂ ਬਾਅਦ ਉਹ CISF ਦੇ ਐਂਟਰੀ ਪੁਆਇੰਟ ਤੇ ਆਏਗਾ, ਜਿੱਥੇ CISF ਉਹਦਾ ਬੋਰਡਿੰਗ ਪਾਸ ਔਰ ID ਪ੍ਰੂਫ ਚੈੱਕ ਕਰੇਗਾ। ਉੱਥੇ ਇੱਕ ਸਕਰੀਨ ਹੋਏਗੀ ਪੈਸੇਂਜਰ ਤੇ CISF ਦੇ बीच
ताकि सोशल डिस्टेंसिंग बनी रहे। कोई भी पेपर का एक्सचेंज कितने भी एयरपोर्ट के अंदर नहीं होएगा। ਉਹਦੇ ਬਾਅਦ बैगेज जो वो लेके आएगा, एक ही बैगेज अलाउड है, हैंड बैगेज और एक चेक इन बैगेज। ਉਹਦੇ बाद वो अगर हैंड बैगेज पैसेंजर है तो सीधा सिक्योरिटी तो जा सकता है सिक्योरिटी कराने वास्ते। अगर चेकड इन बैगेज पैसेंजर कैरी कर रहा है तो उन्होंने काउंटर पर जाना पएगा। काउंटर पर जाके बैगेज रखेगा, बैगेज से उसका PNR टैग होना चाहिए जो उन्होंने लिख के लाना। PNR टैग बैगेज आइडेंटिटी होएगी। बैगेज की स्लिप काउंटर पर्सन उन्होंने नहीं देगा। बैगेज की स्लिप इलैक्ट्रॉनिकली ट्रांसफर होएगी ਉਹਦੇ मोबाइल फोन पे। ਉਹਦੇ बाद वो सिक्योरिटी तो पास ऑन होएगा। सिक्योरिटी एरिया फिर सोशल डिस्टेंसिंग का ध्यान रखा गया। एवरी हैंड बैगेज जो ट्रे जाएगा, ट्रे हर बारी सैनिटाइज होएगी। दूजा जे HHMD हैंड हेल्ड मैटल डिटेक्टर जो CISF रखता है, पैसेंजर ते CISF के जवान के बीच 4 फुट का गैप होएगा। वो गैप भी सोशल डिस्टेंसिंग वास्ते मैंडेटरी किया गया है। बैगेज दिस जो पैसेंजर का बोर्डिंग पास है ਉਹਦੇ ਤੇ स्टैंपिंग नहीं होएगी। तो ना CISF का जवान ਉਹਦਾ कोई कागज़ टच करेगा, ना उन्होंने कोई कागज़ देगा, ना उस तो कोई कागज़ लेगा। ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਜੋ ਵੀ ਲੋਕ ਇੱਥੇ ਆਣਗੇ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਸੰਪਰਕ ਨਹੀਂ ਹੋਏਗਾ ਕਿ ਤੁਹਾਡਾ ਅਧਿਕਾਰੀ ਜਾਂ ਕਹੀਏ ਕਿ ਸਿਕਿਉਰਿਟੀ ਦੇ ਲੋਕ ਉਹਨਾਂ ਦੇ ਸੰਪਰਕ ਚਾਣਗੇ। ਯਾਨੀ ਕਿ ਦੂਰੋਂ ਹੀ ਰਹਿ ਕੇ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਏਗੀ ਤੇ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਉਹਨਾਂ ਨੂੰ ਰਿਸੀਪਟ ਵੀ ਦਿੱਤੀ ਜਾਏਗੀ। जी। और उस तो बाद जो लेडीज़ फ्रिस्किंग बूथ हैं उन्हें जो पर्दे होंगे सी, पर्दे रिमूव कर दिए गए हैं ताकि लेडी जो एंट्री कर दी है और एग्जिट कर दी है बूथ तो कर्टन नू हाथ ना लाए, कितने भी टच ना करे किसी सिस्टम नू। ਉਹਦੇ बाद जे सिक्योरिटी होल्ड एरिया जाके सारे लोग सोशल डिस्टेंसिंग का पालन करेंगे। और जे कुर्सियाँ पई ने ਉਹਦੇ ਉੱਤੇ येलो मार्किंग की गई है, क्रॉस मार्किंग है। क्रॉस मार्किंग की कुर्सियाँ ते बैठना मना है। ਇੱਕ ਚੀਜ਼ ਹੋਰ ਦੱਸੋ ਕਿ ਆਰੋਗਿਆ ਸੇਤੂ ਐਪ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਕਿ 14 ਸਾਲ ਤੋਂ ਘੱਟ ਨੇ ਜਿਹੜੇ ਉਹਨਾਂ ਨੂੰ ਰਿਲੀਫ ਹੋਏਗਾ, ਯਾਨੀ ਕਿ ਜੇ ਉਹਨਾਂ ਕੋਲ ਮੋਬਾਈਲ ਨਹੀਂ ਹੈਗਾ। ਬਟ ਜੇ ਕੋਈ 15 ਸਾਲ ਜਾਂ 16 ਸਾਲ ਦਾ ਕੋਈ ਬੱਚਾ ਹੈਗਾ ਉਹਦੇ ਕੋਲ ਕੁਦਰਤੀ ਮੋਬਾਈਲ ਨਹੀਂ ਹੈਗਾ ਤਾਂ ਫਿਰ ਉਹਦੇ ਵਾਸਤੇ ਕੀ ਆਪਸ਼ਨ ਹੈਗੀ? ਅਲਾਉ ਨਹੀਂ ਹੈਗਾ। डिक्लेरेशन फॉर्म है, डिक्लेरेशन फॉर्म दे के वो जा सकता है, वो कोई परेशानी नहीं है। पर अगर मोबाइल कैरी कर रहा है तो फिर उन्होंने आरोग्य सेतु ऐप होना यह है चाहिए है, फिर वो डाउनलोड करके फिर जाए। ਇੱਕ ਲਾਸਟ ਇਹਨਾਂ ਦੱਸ ਦਿਓ ਕਿ ਕਿੰਨੀਆਂ ਫਲਾਈਟਸ ਨੇ ਜਿਹੜੀਆਂ ਜਾ ਰਹੀਆਂ ਹੈਗੀਆਂ ਨੇ ਤੇ ਲੋਕ ਕਿੰਨਾ ਟਾਈਮ ਪਹਿਲਾਂ ਆ ਸਕਦੇ ਨੇ, ਕਿਉਂਕਿ 11 ਤੋਂ 9:30 ਵਜੇ ਤੱਕ ਜਿਵੇਂ ਆਪਰੇਸ਼ਨ ਰਹੇਗਾ ਪੂਰਾ ਵੀ ਰਿਪੋਰਟ 4 घंटे पहला मैक्सिमम रिपोर्ट कर सकता है और 2 घंटे पहला एडवाइजेबल है। तो 2 घंटे पहला आना ज़रूरी है। मैक्सिमम 4 घंटे पहला एयरपोर्ट से आ सकता है। अगर कोई 5 घंटे पहले आना चाहिए तो वो एंट्री नहीं होएगी, क्योंकि सोशल डिस्टेंसिंग रखने वास्ते इंतजाम भी किया गया है कि बिल्डिंग के अंदर क्राउडिंग ना हो। टोटल फ्लाइटा जो फर्स्ट वीक ऑपरेट होणगियां वो 13 फ्लाइटा ने। 13 फ्लाइट विच कनैक्शन जो होएगा श्रीनगर का, लेह का, धर्मशाला का, दिल्ली का, मुंबई का, अहमदाबाद का ते बेंगलोर का होएगा। शुरू विच जो फ्लाइटा ने गो एयर जो फ्लाइटा हैं वो 1 तारीख तो चला रहे हैं। बाकी सारे ऑपरेटर जो चंडीगढ़ तो ऑपरेट कर रहे हैं वो 25 तारीख तो ऑपरेट कर रहे हैं। ਬਿਲਕੁਲ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਜਾਣਕਾਰੀ ਦਿੱਤੀ ਹੈ CEO ਨੇ ਇੰਟਰਨੈਸ਼ਨਲ 에ਅਰਪੋਰਟ ਦੇ ਤੇ ਕਿਹਾ ਜਾ ਸਕਦਾ ਇਹਨਾਂ ਵੱਲੋਂ ਸਾਫ਼ ਤੌਰ ਤੇ ਕਹਿਤਾ ਕਿ ਆਰੋਗਿਆ ਸੇਤੂ ਐਪ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ, ਤੁਹਾਨੂੰ ਐਡਰੈਸ ਵੀ ਦਿਖਾਉਂਦੇ ਨਾਲ ਆਰੋਗਿਆ ਸੇਤੂ ਐਪ ਨੂੰ ਲੈ ਕੇ ਤੁਹਾਡੇ ਫੋਨ 'ਚ ਹੋਣਾ ਜ਼ਰੂਰੀ ਹੈ। ਗ੍ਰੀਨ ਸਿਗਨਲ ਪਹਿਲਾਂ ਤੁਹਾਨੂੰ ਜੇ ਕਹੀਏ ਕਿ ਆਪਣੇ ਘਰ ਤੋਂ ਚੱਲਦੇ ਹੋਏ ਮਿਲ ਜਾਏਗਾ ਜੇ ਤੁਸੀਂ 에ਅਰਪੋਰਟ ਵਾਸਤੇ ਨਿਕਲ ਰਹੇ ਹੋ।
ਆਰੋਗਿਆ ਸੇਤੂ ਐਪ ਜੇ ਤੁਹਾਨੂੰ ਗ੍ਰੀਨ ਸਿਗਨਲ ਦਿੰਦੀ ਹੈ ਤਾਂ ਹੀ 에ਅਰਪੋਰਟ ਆਉਣ ਦਾ ਫਾਇਦਾ, ਜੇਕਰ ਔਰੇਂਜ ਜਾਂ ਰੈੱਡ ਦਿੰਦੀ ਹੈ ਤਾਂ ਫਿਰ ਤੁਸੀਂ 에ਅਰਪੋਰਟ ਦਾਖਲ ਨਹੀਂ ਹੋ ਸਕਦੇ। ਦੂਸਰਾ ਇਹ ਵੀ ਹੈਗਾ ਕਿ ਕਈ ਵਾਰ ਬੱਚੇ ਨਾਲ ਹੁੰਦੇ ਨੇ, ਸਾਰੇ ਬੱਚੇ ਨਹੀਂ ਮੋਬਾਈਲ ਯੂਜ਼ ਕਰਦੇ, ਤਾਂ 14 ਸਾਲ ਤੋਂ ਨੀਚੇ ਵਾਲਿਆਂ ਨੂੰ ਤਾਂ ਵੈਸੇ ਹੀ ਛੂਟ ਦਿੱਤੀ ਗਈ ਆ, ਪਰ ਉਸ ਤੋਂ ਬਾਅਦ ਜਿਹੜੀ 15 ਤੋਂ ਜੇ ਕੋਈ 16 ਸਾਲ ਦਾ ਬੱਚਾ ਵੀ ਹੈ ਜਾਂ 17 ਦਾ ਵੀ ਹੈ, ਜਿਵੇਂ ਕਈ ਵਾਰ ਕੋਈ ਮੋਬਾਈਲ ਯੂਜ਼ ਨਹੀਂ ਕਰਦੇ, ਤਾਂ ਉਹ ਇੱਕ ਡਿਕਲੇਰੇਸ਼ਨ ਜਿਹੜੀ ਹੈ ਕਿ ਖੁਦ ਦੱਸਣਗੇ ਕਿ ਹਾਂ ਇੱਕ ਐਫੀਡੇਵਿਟ ਹੋਏਗਾ, ਯਾਨੀ ਕਿ ਇੱਕ ਤਰ੍ਹਾਂ ਦਾ ਉਹਨੂੰ ਕਹਿੰਦੇ ਨੇ ਸੈਲਫ ਡਿਕਲੇਰੇਸ਼ਨ, ਉਹ ਦੇ ਕੇ ਜਾ ਸਕਦੇ ਨੇ। ਹੁਣ ਤੁਸੀਂ ਇਹ ਕੁਰਸੀਆਂ ਦੇਖੋ, ਜਿਹੜੀਆਂ ਇੱਥੇ ਕੁਰਸੀਆਂ ਬੈਠਣਗੇ ਲੋਕ, ਤਾਂ ਇੱਕ ਇੱਕ ਕੁਰਸੀ ਯਾਨੀ ਕਿ ਡਿਸਟੈਂਸਿੰਗ ਨੂੰ ਮੇਨਟੇਨ ਰੱਖਣ ਵਾਸਤੇ ਮਾਰਕਿੰਗ ਜਿਹੜੀ ਹੈ ਇਹ ਪਹਿਲਾਂ ਹੀ ਕਰ ਦਿੱਤੀ ਹੈ, ਯਾਨੀ ਕਿ ਤੁਸੀਂ ਇਸ ਕੁਰਸੀ 'ਤੇ ਨਹੀਂ ਬੈਠ ਸਕਦੇ, ਉੱਧਰ ਬੈਠ ਸਕਦੇ ਹੋ ਜਾਂ ਫਿਰ ਦੂਸਰੀ ਤਰਫ ਬੈਠ ਸਕਦੇ ਹੈਗੇ ਹੋ। ਇਹ ਚੀਜ਼ਾਂ ਧਿਆਨ ਦੇ ਰੱਖਣ ਦੇ ਵਿੱਚ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਛੋਟੀ ਛੋਟੀ ਚੀਜ਼ਾਂ ਤੋਂ ਜਦੋਂ ਅਸੀਂ ਐਂਟਰੀ ਹੁੰਦੇ ਹਾਂ ਕਰਦੇ ਹਾਂ ਤਾਂ ਇਹ ਚੀਜ਼ ਕਿਤੇ ਨਾ ਕਿਤੇ ਭੁੱਲਦੀ ਹੋਈ ਨਜ਼ਰ ਆਉਂਦੀ ਆ। ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਐਂਟਰੈਂਸ ਹੈ, ਇਸ ਐਂਟਰੈਂਸ ਦੇ ਰਸਤੇ ਹੀ ਡੋਮੈਸਟਿਕ ਕਿਉਂਕਿ ਸ਼ੁਰੂ ਹੋਣੀ ਹੈ ਫਲਾਈਟਸ ਪਹਿਲਾਂ, ਤਾਂ ਇਸ ਐਂਟਰੈਂਸ ਦੇ ਉੱਤੇ ਤੁਸੀਂ ਆਓਗੇ ਤੇ ਫਸਟਲੀ ਤੁਹਾਨੂੰ ਇੱਥੇ ਹੀ ਜਿਹੜੀ ਹੈ ਤੁਸੀਂ ਬਾਹਰ ਹੀ ਤੁਹਾਨੂੰ ਸੈਨੀਟਾਈਜ਼ ਵੀ ਕੀਤਾ ਜਾਊਗਾ, ਤੁਹਾਡੇ ਜੁੱਤਿਆਂ ਨੂੰ ਦੀ ਗੱਲ ਕੀਤੀ ਜਾਵੇ ਜਾਂ ਫਿਰ ਖਾਸ ਤੌਰ ਤੇ ਕੀਤਾ ਜਾਵੇ, ਤੁਹਾਡੇ ਬੈਗ ਹੋਣਗੇ ਉਹ ਸਾਰੀਆਂ ਚੀਜ਼ਾਂ ਸੈਨੀਟਾਈਜ਼ ਹੋਣਗੀਆਂ। ਤੇ ਜਿਸ ਤਰ੍ਹਾਂ ਦੇ ਨਾਲ ਉਹਦੇ ਤੁਸੀਂ ਐਂਟਰ ਹੁੰਦੇ ਹੋ ਤਾਂ ਚੈਕਿੰਗ ਵਾਸਤੇ ਵੀ ਹੈ ਜਿਹੜਾ ਕਿ ਬਣਾਏ ਗਏ ਨੇ ਸਪੋਰਟ ਨੇ, ਤਾਂ ਇਹ ਖਾਸ ਤੌਰ ਤੇ 에ਅਰਪੋਰਟ ਤੇ ਧਿਆਨ ਰੱਖਣ ਨੂੰ ਜੋ ਗੱਲ ਕੀਤੀ ਗਈ ਹੈ ਕਿ ਤੁਸੀਂ ਤੁਹਾਡੇ ਨਾਲ ਕੋਈ ਵੀ ਸਿੱਧਾ ਸੰਪਰਕ 'ਚ ਨਹੀਂ ਆਊਗਾ। ਜਿਵੇਂ ਹੁਣ ਸਮਝੋ ਕਿ ਤੁਸੀਂ ਇਹ ਸਿਕਿਉਰਿਟੀ ਆਫੀਸਰ ਖੜੇ ਨੇ, ਜੇਕਰ ਤੁਸੀਂ ਇੱਥੇ ਆਓਗੇ, ਜਿਹੜੇ ਤੁਸੀਂ ਆਪਦੀ ਚੈਕਿੰਗ ਕਰਾਉਣੀ ਆ, ਜੋ ਤੁਹਾਡੇ ਪੇਪਰ ਚੈੱਕ ਹੋਣੇ ਨੇ, ਤਾਂ ਖਾਸ ਤੌਰ ਤੇ ਜਿਹੜੀ ਹੈ ਕਿ ਇਹ ਇੱਕ ਵਿੰਡ ਸ਼ੀਟ ਬਣਾਈ ਗਈ ਹੈਗੀ ਆ, ਇਸ ਸ਼ੀਟ ਦੇ ਵਿੱਚ ਹੀ ਅੰਦਰ ਖੜੇ ਹੋ ਕੇ ਜਿਹੜਾ ਸਿਕਿਉਰਿਟੀ ਆਫੀਸਰ ਤੁਹਾਡੀ ਚੈਕਿੰਗ ਕਰਨਗੇ, ਯਾਨੀ ਕਿ ਤੁਹਾਨੂੰ ਦੂਰ ਤੋਂ ਹੀ ਜਿਹੜੀਆਂ ਵੀ ਚੀਜ਼ਾਂ ਤੁਹਾਡੇ ਡਾਕੂਮੈਂਟ ਚੈੱਕ ਹੋਣੇ ਆ, ਤੁਸੀਂ ਅੰਦਰ ਜਾ ਸਕਦੇ ਹੋ ਜਾਂ ਨਹੀਂ ਜਾ ਸਕਦੇ, ਉਹ ਸਾਰੀਆਂ ਚੀਜ਼ਾਂ ਇੱਥੇ ਚੈੱਕ ਹੋ ਜਾਣੀਆਂ ਨੇ। ਇਸੇ ਜਗ੍ਹਾ ਦੇ ਉੱਤੇ ਇਹ ਫਾਸਲਾ ਰੱਖਣ ਵਾਸਤੇ ਖਾਸ ਤੌਰ 'ਤੇ ਸ਼ੀਟ ਬਣਾਈ ਗਈ ਆ। ਕਹਿ ਸਕਦੇ ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਹੋਊਗਾ। ਇਹ ਖਾਸ ਜਾਣਕਾਰੀ ਉਹਨਾਂ ਦਰਸ਼ਕਾਂ ਦੇ ਲਈ ਜਿਹੜੇ ਕਿ ਸੋਮਵਾਰ ਤੋਂ ਜਾਂ ਉਸ ਤੋਂ ਬਾਅਦ ਆਉਣਾ ਚਾਹੁੰਦੇ ਨੇ, ਸਫ਼ਰ ਕਰਨਾ ਚਾਹੁੰਦੇ ਨੇ, ਤੇ ਉਸ ਦੇ ਦੌਰਾਨ ਕੀ ਕੀ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਹੋਣਗੀਆਂ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਦਿਖਾਈਆਂ ਕਿ ਕਿਸ ਤਰ੍ਹਾਂ ਦੇ ਨਾਲ ਮਾਰਕਿੰਗ ਹੋਵੇ, ਬੈਠਣ ਤੱਕ ਦੀ ਗੱਲ ਹੋਵੇ, ਕੀ ਤੁਸੀਂ ਨਾਲ ਲਿਜਾ ਸਕਦੇ ਹੋ, ਕਿਹੜੀ ਐਪ ਤੁਹਾਡੇ ਫੋਨ 'ਚ ਹੋਣੀ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਹੀ ਤੁਹਾਨੂੰ ਫੋਲੋ ਕਰਨਾ ਹੋਗਾ ਤੇ ਉਸ ਤੋਂ ਬਾਅਦ ਤੁਸੀਂ ਆਪਦੇ ਸਫ਼ਰ ਲਈ ਰਵਾਨਾ ਹੋ ਸਕਦੇ ਹੋ। ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸੁਮਿਤ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।